हाँ जी बेटा, गुड मॉर्निंग साਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਦੇਖਦੇ ਹਾਂ ਕਿ ਨੋਟਪੈਡ ਦੇ ਵਿੱਚ ਜਿਹੜੇ ਨੈਕਸਟ ਸਾਡੇ ਚੈਪਟਰ ਜਾਂ ਜਿਹੜੀਆਂ ਆਪਸ਼ਨਸ ਰਹਿ ਗਈਆਂ ਸੀਗੀਆਂ ਉਹਨਾਂ ਦੇ ਵਿੱਚ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਉਹਦੇ ਵਿੱਚ ਸਾਡੇ ਕੋਲ ਕੁਝ ਚੀਜ਼ਾਂ ਹੈਗੀਆਂ ਨੇ, ਜਿੱਦਾਂ ਅੱਜ ਆਪਾਂ ਵੇਖਾਂਗੇ ਕਿ ਜਿਹੜੀ ਨਿਊ ਵਿੰਡੋ ਹੈ ਉਹ ਕੀ ਹੁੰਦੀ ਹੈ, ਸੇਵ ਐਜ਼ ਆਪਸ਼ਨ ਕੀ ਹੁੰਦੀ ਹੈ, ਤੇ ਪੇਜ ਸੈਟਅਪ ਕੀ ਹੈਗਾ, ਤੇ ਪ੍ਰਿੰਟ ਦੀਆਂ ਕਿਹੜੀਆਂ ਆਪਸ਼ਨਸ ਨੋਟਪੈਡ ਦੇ ਵਿੱਚ ਹੁੰਦੀਆਂ ਨੇ। ਸੋ ਅਸੀਂ ਹੁਣ ਦੇਖਦੇ ਹਾਂ ਇਹਨਾਂ ਆਪਸ਼ਨਸ ਦੇ ਬਾਰੇ ਗੱਲ ਕਰਦੇ ਹਾਂ। ਸੋ ਪਹਿਲਾਂ ਆਪਾਂ ਨੇ ਵੇਖਿਆ ਹੀ ਹੈਗਾ ਕਿ ਫਾਈਲ ਨੋਟਪੈਡ ਨੂੰ ਆਪਾਂ ਕਿੱਦਾਂ ਓਪਨ ਕਰਨਾ ਹੈਗਾ, ਨੋਟਪੈਡ ਦਾ ਫਾਈਲ ਫਾਰਮੈਟ ਕੀ ਹੈਗਾ, ਤੇ ਉਹਦੇ ਵਿੱਚ ਫਾਈਲਾਂ ਕਿੱਦਾਂ ਸੇਵ ਹੁੰਦੀਆਂ ਨੇ ਤੇ ਕਿੱਦਾਂ ਅਸੀਂ ਓਪਨ ਕਰ ਸਕਦੇ ਹਾਂ। ਸੋ ਇਹ ਚੀਜ਼ਾਂ ਅਸੀਂ ਦੇਖ ਚੁੱਕੇ ਹਾਂ। ਸੋ ਨੈਕਸਟ ਸਾਡੇ ਕੋਲ ਹੈਗਾ ਕਿ ਨੋਟਪੈਡ ਦੀਆਂ ਜਿਹੜੀਆਂ ਦੂਜੀ ਆਪਸ਼ਨਸ ਹੈਗੀਆਂ ਉਹਨਾਂ ਦੇ ਉੱਤੇ ਆਪਾਂ ਕੰਮ ਕਰਨਾ ਹੈਗਾ। ਸੋ ਸਟਾਰਟ ਕਰਨ ਲਈ ਫਿਰ ਉਹੀ ਆਪਾਂ ਸਟਾਰਟ, ਤੇ ਇੱਥੇ ਲਿਖਿਆ ਆਪਾਂ ਨੇ ਨੋਟਪੈਡ, ਤੇ ਇੱਥੋਂ ਆਪਾਂ ਨੋਟਪੈਡ ਸਾਡਾ ਓਪਨ ਹੋ ਚੁੱਕਿਆ ਹੈਗਾ। ਇਹ ਸਾਡੀ ਨੋਟਪੈਡ ਦੀ ਵਿੰਡੋ ਸਾਡੇ ਸਾਹਮਣੇ ਹੈਗੀ ਹੈ। ਸੋ ਇਹਦੇ ਵਿੱਚ ਸਾਡੇ ਕੋਲ ਆਪਾਂ ਕੁਛ ਨਾ ਕੁਛ ਲਾਈਨਾਂ ਲਿਖ ਲੈਣੀਆਂ ਹੈਗੀਆਂ ਤਾਂ ਜੋ ਇਹਦੇ ਤੇ ਵਰਕ ਹੋ ਸਕੇ। ਨਾਓ ਰਾਈਟ some lines here to work with notepad. ਨੋਟਪੈਡ ਕੀ ਹੈਗਾ? ਇੱਕ ਆਵਾਜ਼ ਹੋਣੀ ਚਾਹੀਦੀ ਹੈ। ਨੋਟਪੈਡ ਕੀ ਹੈਗਾ? ਇੱਕ ਟੈਕਸਟ ਐਡੀਟਰ ਹੈਗਾ। ਤੁਸੀਂ ਬੋਲ ਸਕਦੇ ਹੋ ਜਿਹੜੀ ਚੀਜ਼ ਮੈਂ ਤੁਹਾਨੂੰ ਬੋਲਣ ਨੂੰ ਕਹਾਂ ਤਾਂ ਨੋਟਪੈਡ ਇੱਕ ਬੇਸਿਕ ਟੈਕਸਟ ਐਡੀਟਰ ਹੈਗਾ ਜਿਸ ਦੇ ਵਿੱਚ ਅਸੀਂ ਕੰਮ ਕਰਦੇ ਹਾਂ। ਸੋ ਇਹ ਜੇ ਮੈਂ ਫਾਈਲ ਹੁਣ ਤੁਹਾਨੂੰ ਪੁੱਛਾਂ ਕਿ ਫਾਈਲ ਸੇਵ ਹੈ ਜਾਂ ਨਹੀਂ ਤਾਂ ਕੀ ਕਹਾਂਗੇ ਆਪਾਂ? ਯੈਸ ਔਰ ਨੋ? ਇਹ ਫਾਈਲ ਸੇਵ ਨਹੀਂ ਹੈਗੀ। ਸੋ ਇਹ ਫਾਈਲ ਸੇਵ ਨਹੀਂ ਹੈਗੀ। ਸਾਨੂੰ ਕਿੱਥੋਂ ਪਤਾ ਲੱਗਦਾ? ਇਹ ਟਾਈਟਲ ਬਾਰ ਦੇ ਵਿੱਚ ਇੱਥੇ ਲਿਖਿਆ ਆ ਰਿਹਾ, ਸਟਾਰ ਦੇ ਨਾਲ ਅਨਟਾਈਟਲਡ ਲਿਖਿਆ ਆ ਰਿਹਾ ਹੈਗਾ। ਸੋ ਇਸ ਕਰਕੇ ਆਪਾਂ ਇਹ ਫਾਈਲ ਸਾਡੇ ਕੋਲ ਸੇਵ ਨਹੀਂ ਸੀਗੀ। ਸੋ ਆਪਾਂ ਪਹਿਲਾਂ ਇਸ ਫਾਈਲ ਨੂੰ ਸੇਵ ਕਰ ਦਿੰਦੇ ਹੈਗੇ ਆ। ਇਸ ਫਾਈਲ ਨੂੰ ਸੇਵ ਕੀਤਾ ਤੇ ਸੇਵ ਅਸੀਂ ਕਿੱਥੇ ਕਰ ਰਹੇ ਹਾਂ? ਇਸ ਨੂੰ ਮੰਨ ਲਓ ਡੈਸਕਟਾਪ ਦੇ ਉੱਤੇ। ਸੋ ਡੈਸਕਟਾਪ ਦੇ ਉੱਤੇ ਫਾਈਲ ਅਸੀਂ ਸੇਵ ਕਰ ਰਹੇ ਹੈਗੇ ਆ ਤੇ ਇਹਦਾ ਨਾਮ ਰੱਖਤਾ ਸੀ ਟੈਕਸਟ ਐਡੀਟਰ। ਫਾਈਲ ਦਾ ਨਾਮ ਕੀ ਰੱਖਤਾ? ਟੈਕਸਟ ਐਡੀਟਰ। ਤੇ ਉਸ ਤੋਂ ਬਾਅਦ ਆਪਾਂ ਸੇਵ ਤੇ ਕਲਿੱਕ ਕਰਤਾ ਤਾਂ ਤੁਸੀਂ ਦੇਖੋਗੇ ਹੁਣੇ ਇਸ ਫਾਈਲ ਦਾ ਨਾਮ ਟੈਕਸਟ ਐਡੀਟਰ ਰੱਖਿਆ ਗਿਆ ਤੇ ਨੈਕਸਟ ਆ ਗਿਆ ਨੋਟਪੈਡ। ਸੋ ਨੈਕਸਟ ਅਸੀਂ ਵੇਖਦੇ ਹਾਂ ਕਿ ਫਾਈਲ ਦੇ ਵਿੱਚ ਕਿਹੜੀਆਂ ਆਪਸ਼ਨਾਂ ਹੈਗੀਆਂ। ਨਿਊ ਅਸੀਂ ਕਰ ਚੁੱਕੇ ਹਾਂ ਤੇ ਇੱਕ ਹੈਗੇ ਸਾਡੇ ਕੋਲ ਨਿਊ ਵਿੰਡੋ। ਨਿਊ ਤੇ ਨਿਊ ਵਿੰਡੋ ਦੇ ਵਿੱਚ ਕੀ ਫਰਕ ਹੁੰਦਾ ਹੈਗਾ ਉਹ ਅਸੀਂ ਹੁਣੇ ਵੇਖਦੇ ਹਾਂ। ਨਿਊ ਦੇਖੋ, ਸਾਡੇ ਕੋਲ ਇੱਕ ਫਾਈਲ ਬਣੀ ਹੋਈ ਹੈਗੀ ਹੈ ਜਿਹੜੀ ਦੇ ਵਿੱਚ ਅਸੀਂ ਹੁਣ ਕੰਮ ਕਰ ਰਹੇ ਹਾਂ ਤੇ ਉਸ ਫਾਈਲ ਦਾ ਨਾਮ ਕੀ ਹੈਗਾ? ਟੈਕਸਟ ਐਡੀਟਰ। ਫਾਈਲ ਦਾ ਨਾਮ ਕੀ ਹੈ? ਟੈਕਸਟ ਐਡੀਟਰ ਫਾਈਲ ਦਾ ਨਾਮ ਹੈਗਾ। ਸੋ ਜੇ ਮੈਂ ਇੱਥੋਂ ਨਿਊ ਦੇ ਵਿੱਚ ਕਲਿੱਕ ਕਰਦਾ ਤਾਂ ਕੀ ਹੁੰਦਾ ਹੈਗਾ? ਜਿਹੜੀ ਮੇਰੀ ਫਾਈਲ ਪਹਿਲਾਂ ਬਣੀ ਹੋਈ ਹੈਗੀ ਹੈ ਜਿਸ ਦਾ ਨਾਮ ਟੈਕਸਟ ਐਡੀਟਰ ਹੈਗਾ ਉਹ ਫਾਈਲ ਬੰਦ ਹੋ ਜਾਵੇਗੀ ਤੇ ਇੱਕ ਨਵੀਂ ਖਾਲੀ ਫਾਈਲ ਸਾਡੇ ਸਾਹਮਣੇ ਬਣ ਕੇ ਆ ਜਾਵੇਗੀ। ਆਪਾਂ ਦੋਵੇਂ ਆਪਸ਼ਨਾਂ ਯੂਜ਼ ਕਰਕੇ ਦੇਖਾਂਗੇ। ਜੇ ਮੈਂ ਇੱਥੇ ਜਾ ਕੇ ਹੁਣ ਫਾਈਲ ਦੇ ਵਿੱਚ ਜਾ ਕੇ ਨਿਊ ਕਰਾਂਗਾ ਤਾਂ ਨਿਊ ਦੇ ਨਾਲ ਕੀ ਹੋਊਗਾ? ਪੁਰਾਣੀ ਫਾਈਲ ਬੰਦ ਹੋ ਜਾਣੀ ਹੈ, ਨਵੀਂ ਖਾਲੀ ਫਾਈਲ ਸਾਡੇ ਸਾਹਮਣੇ ਆ ਜਾਊਗੀ। ਸੋ ਆਪਾਂ ਉਸ ਨੂੰ ਚੈੱਕ ਕਰਦੇ ਹਾਂ। ਮੈਂ ਨਿਊ ਕੀਤਾ ਪਹਿਲਾਂ ਤਾਂ ਕੀ ਹੋਇਆ? ਧਿਆਨ ਨਾਲ ਵੇਖੋ, ਸਾਡੇ ਕੋਲ ਇੱਕ ਨਵੀਂ ਅਨਟਾਈਟਲਡ ਫਾਈਲ ਸਾਡੇ ਸਾਹਮਣੇ ਆ ਗਈ ਹੈ। ਯੈਸ ਔਰ ਨੋ? ਬਿਲਕੁਲ। ਤੇ ਆਪਾਂ ਦੁਬਾਰੇ ਉਸ ਨੂੰ ਓਪਨ ਕਰ ਲੈਣੇ ਹੈਗੇ। ਉਸੇ ਫਾਈਲ ਨੂੰ ਓਪਨ ਕਰਨਾ ਅਸੀਂ ਸਿੱਖਿਆ ਸੀਗਾ। ਅਸੀਂ ਫਿਰ ਉਸੇ ਫਾਈਲ ਨੂੰ ਓਪਨ ਤੇ ਡੈਸਕਟਾਪ ਤੇ ਸਾਡੀ ਫਾਈਲ ਹੈਗੀ ਹੈ ਟੈਕਸਟ ਐਡੀਟਰ। ਸੋ ਇਹਨੂੰ ਓਪਨ ਕੀਤਾ, ਉਹ ਫਾਈਲ ਸਾਡੀ ਫਿਰ ਓਪਨ ਹੋ ਗਈ। ਨਿਊ ਦੇ ਨਾਲ ਕੀ ਹੁੰਦਾ ਹੈਗਾ? ਪੁਰਾਣੀ ਫਾਈਲ ਜੋ ਖੁੱਲੀ ਹੋਈ ਹੈ ਉਹ ਬੰਦ ਹੋ ਜਾਂਦੀ ਹੈ ਡਾਟਾ ਸੇਵ ਕਰਨ ਤੋਂ ਬਾਅਦ। ਤੇ ਨੈਕਸਟ ਹੈ ਸਾਡੇ ਕੋਲ ਨਿਊ ਵਿੰਡੋ। ਨਿਊ ਵਿੰਡੋਜ਼ ਦਾ ਮਤਲਬ ਹੈਗਾ ਅਸੀਂ ਐਟ ਏ ਟਾਈਮ ਦੋ ਵਿੰਡੋਜ਼ ਜਿਹੜੀਆਂ ਨੋਟਪੈਡ ਦੀਆਂ ਖੋਲ ਸਕਦੇ ਹਾਂ। ਮੰਨ ਲਓ ਇੱਕ ਤੋਂ ਵੱਧ ਵਿੰਡੋਜ਼ ਜੇ ਤੁਸੀਂ ਚਾਹੁੰਦੇ ਹੋ ਨੋਟਪੈਡ ਦੀ ਖੋਲਣੀ ਤਾਂ ਉਹ ਆਪਾਂ ਇੱਥੇ ਕਰ ਸਕਦੇ ਹਾਂ। ਸੋ ਆਪਾਂ ਇਹਨੂੰ ਕਰਦੇ ਹਾਂ ਤਾਂ ਇੱਥੇ ਕੀ ਹੈਗਾ? ਨਿਊ ਵਿੰਡੋ ਤੇ ਕਲਿੱਕ ਕੀਤਾ ਤਾਂ ਤੁਸੀਂ ਧਿਆਨ ਨਾਲ ਦੇਖੋ ਪਿੱਛੇ ਸਾਡੇ ਕੋਲ ਇਹ ਫਾਈਲ ਖੁੱਲੀ ਹੋਈ ਹੈਗੀ ਹੈ ਟੈਕਸਟ ਐਡੀਟਰ ਜਿਹਦੇ ਵਿੱਚ ਸਾਡੀ ਫਾਈਲ ਸੇਵ ਹੋਈ ਹੈਗੀ ਹੈ। ਸੋ ਨੈਕਸਟ ਮੇਰੇ ਕੋਲ ਦੂਜੀ ਫਾਈਲ ਵੀ ਇੱਕ ਖਾਲੀ ਸਾਹਮਣੇ ਬਣ ਕੇ ਆ ਗਈ। ਦੋ ਫਾਈਲਾਂ ਮੇਰੇ ਕੋਲ ਐਟ ਏ ਟਾਈਮ ਖੋਲ ਲਈਆਂ ਨੇ ਇੱਥੇ। ਤੇ ਇੱਥੋਂ ਫਿਰ ਆਪਾਂ ਜੇ ਮੈਂ ਨਿਊ ਕਰ ਦੇਵਾਂ ਤਾਂ ਹੁਣ ਦੇਖੋ ਸਾਡੇ ਕੋਲ ਕਿੰਨੇ ਨੋਟਪੈਡ ਦੀ ਵਿੰਡੋ ਖੁੱਲ ਗਈਆਂ? ਇੱਕ ਫਾਈਲ ਹੈਗੀ ਆ ਤੇ ਦੋ ਹੋਰ, ਤਿੰਨ ਨੋਟਪੈਡ ਦੀ ਵਿੰਡੋਜ਼ ਮੇਰੇ ਸਾਹਮਣੇ ਖੁੱਲੀਆਂ ਹੋਈਆਂ ਨੇ। ਸੋ ਇਹ ਜਿਹੜੀਆਂ ਨੈਕਸਟ ਵਿੰਡੋਜ਼ ਹੈਗੀਆਂ ਨੇ ਇਹ ਕੀ ਨੇ? ਖਾਲੀ ਨੇ, ਅਨਸੇਵਡ ਹੈਗੀਆਂ ਨੇ, ਅਨਟਾਈਟਲਡ ਹੈਗੀਆਂ ਨੇ। ਸੋ ਇਹਨਾਂ ਨੂੰ ਅਸੀਂ ਕਲੋਜ਼ ਕੀਤਾ। ਤੇ ਦੂਜਾ ਇਹ ਹੈਗਾ ਕਿ ਇਹਦੇ ਲਈ ਸ਼ਾਰਟਕਟ ਹੈਗਾ, ਜੇ ਫਾਈਲ ਨਿਊ ਖੋਲਣੀ ਹੈਗੇ ਤਾਂ ਉਹਦਾ ਸ਼ਾਰਟਕਟ ਕੀ ਹੈ? ਕੰਟਰੋਲ ਦੇ ਨਾਲ
N ਤੇ ਜੇ ਆਪਾਂ ਨੇ ਵਿੰਡੋ ਨਵੀਂ ਖੋਲਣੀ ਹੈਗੀ ਹੈ ਤਾਂ ਉਹਦਾ ਸ਼ਾਰਟਕਟ ਹੈਗਾ ਕੰਟਰੋਲ ਸ਼ਿਫਟ ਤੇ N। ਕੰਟਰੋਲ ਸ਼ਿਫਟ ਤੇ N ਦੇ ਨਾਲ ਤੁਹਾਡੀ ਇੱਕ ਨਵੀਂ ਜਿਹੜੀ ਵਿੰਡੋ ਹੈਗੀ ਆ ਉਹ ਖੁੱਲ ਜਾਵੇਗੀ। ਸੋ ਇਹਦੇ ਵਿੱਚ ਆਪਾਂ ਇੱਕ ਨੈਕਸਟ ਫਾਈਲ ਬਣਾ ਕੇ ਸੇਵ ਕਰ ਸਕਦੇ ਹਾਂ। This is new window of Notepad. So now let's save it. ਸੋ ਇਹ ਇੱਕ ਨਵੀਂ ਫਾਈਲ ਸੀਗੀ ਤਾਂ ਆਪਾਂ ਇਹਦੇ ਨੂੰ ਵੀ ਕੰਟਰੋਲ S ਕੀਤਾ ਤੇ ਇਹ ਫਾਈਲ ਆਪਾਂ ਨਾਮ ਰੱਖਤਾ ਇਹਦਾ ਟੈਸਟ ਤੇ ਇਹਨੂੰ ਡੈਸਕਟਾਪ ਦੇ ਉੱਤੇ ਹੀ ਸੇਵ ਕਰ ਦਿੱਤਾ ਸੇਵ। ਸੋ ਇਹ ਫਾਈਲ ਵੀ ਸਾਡੀ ਸੇਵ ਹੋ ਗਈ। ਸੋ ਇਹ ਹੈਗੀ ਹੈ ਸਾਡੀ, ਤੁਹਾਨੂੰ ਹੁਣ ਪਤਾ ਲੱਗ ਪਿਆ ਹੋਵੇਗਾ ਕਿ ਨਿਊ ਅਤੇ ਨਿਊ ਵਿੰਡੋਜ਼ ਦੇ ਵਿੱਚ ਕੀ ਡਿਫਰੈਂਸ ਹੈਗਾ। ਓਕੇ ਠੀਕ ਹੈ, ਓਪਨ ਆਪਾਂ ਆਲਰੇਡੀ ਦੇਖ ਚੁੱਕੇ ਹਾਂ, ਸ਼ਾਰਟਕਟ ਸਾਨੂੰ ਪਤਾ ਤੇ ਸੇਵ ਵੀ ਅਸੀਂ ਦੇਖ ਚੁੱਕੇ ਹਾਂ। ਓਕੇ ਤੇ ਸਾਡੇ ਕੋਲ ਹੈਗਾ ਨੈਕਸਟ ਸੇਵ ਐਜ਼। ਕੀ ਹੈਗਾ ਸਾਡੇ ਕੋਲ? ਸੇਵ ਐਜ਼। ਸੇਵ ਐਜ਼ ਬਾਰੇ ਜਾਣਦੇ ਹੋ? ਸੇਵ ਹਾਂਜੀ, ਤੇ ਹੁਣ ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਜਿਹੜੀ ਦੂਜੀ ਆਪਸ਼ਨ ਹੈਗੀ ਹੈ ਸੇਵ ਐਜ਼, ਤੇ ਸੇਵ ਐਜ਼ ਦੇ ਵਿੱਚ ਕੀ ਫਰਕ ਹੈਗਾ। ਸੇਵ ਐਜ਼ ਕੀ ਹੁੰਦਾ? ਸੇਵ ਐਜ਼ ਦਾ ਮਤਲਬ ਹੈਗਾ ਬੱਚਿਓ ਕਿ ਜਿਹੜੀ ਫਾਈਲ ਅਸੀਂ ਖੋਲੀ ਹੋਈ ਹੈਗੀ ਹੈ ਉਸ ਫਾਈਲ ਦੀ ਅਸੀਂ ਇੱਕ ਡੁਪਲੀਕੇਟ ਕਾਪੀ ਬਣਾ ਸਕਦੇ ਹਾਂ। ਸੇਵ ਐਜ਼ ਦੇ ਵਿੱਚ ਕੀ ਹੁੰਦਾ ਹੈਗਾ, ਕਿਸੇ ਖੁੱਲੀ ਹੋਈ ਫਾਈਲ ਦੀ ਜੋ ਫਾਈਲ ਅਸੀਂ ਓਪਨ ਕੀਤੀ ਹੋਈ ਹੈਗੀ ਹੈ ਤੇ ਉਹ ਡਾਟਾ ਸੇਵ ਕੀਤਾ ਹੋਇਆ ਹੈ, ਉਸ ਦੀ ਜੇਕਰ ਅਸੀਂ ਡੁਪਲੀਕੇਟ ਕਾਪੀ ਬਣਾਉਣਾ ਚਾਹੀਏ ਤਾਂ ਅਸੀਂ ਉਸ ਨੂੰ ਸੇਵ ਐਜ਼ ਕਰਕੇ ਬਣਾ ਸਕਦੇ ਹਾਂ। ਸੋ ਮੇਰੇ ਕੋਲ ਇਸ ਟਾਈਮ ਜਿਹੜੀ ਫਾਈਲ ਓਪਨ ਕੀਤੀ ਹੋਈ ਹੈਗੀ ਹੈ ਉਸ ਦਾ ਨਾਮ ਹੈਗਾ ਜਸਪ੍ਰੀਤ ਕੌਰ ਤੇ ਉਹਦੇ ਵਿੱਚ 2 ਲਾਈਨਾਂ ਇਹ ਲਿਖੀਆਂ ਹੋਈਆਂ ਨੇ। ਸੋ ਮੈਂ ਦੁਬਾਰੇ ਫਿਰ ਤੁਹਾਨੂੰ ਦਿਖਾ ਦਿੰਦਾ। ਸਾਡੇ ਡੈਸਕਟਾਪ ਦੇ ਉੱਤੇ ਇਹ ਫਾਈਲ ਪਈ ਹੈਗੀ ਹੈ, ਇਹ ਇੱਕ ਨੋਟਪੈਡ ਦੀ ਫਾਈਲ ਹੈ ਤੇ ਇਸ ਫਾਈਲ ਦਾ ਨਾਮ ਕੀ ਹੈਗਾ? ਬੋਲਣਾ, ਜਸਪ੍ਰੀਤ ਕੌਰ ਫਾਈਲ ਦਾ ਨਾਮ ਹੈਗਾ। ਸੋ ਇਸ ਫਾਈਲ ਨੂੰ ਅਸੀਂ ਓਪਨ ਕੀਤਾ ਤੇ ਇਸ ਨੂੰ ਆਪਾਂ ਇੱਥੋਂ ਮੈਕਸਿਮਾਈਜ਼ ਕਰ ਲਿਆ ਤੇ ਇਸ ਫਾਈਲ ਨੂੰ ਹੁਣ ਅਸੀਂ ਫਾਈਲ ਮੈਨੂ ਦੇ ਵਿੱਚ ਜਾ ਕੇ ਸੇਵ ਐਜ਼ ਆਪਸ਼ਨ ਦੇ ਉੱਤੇ ਕਲਿੱਕ ਕਰਾਂਗੇ। ਸੇਵ ਐਜ਼ ਆਪਸ਼ਨ ਦੇ ਉੱਤੇ ਕਲਿੱਕ ਕਰ ਦਿਓ ਜਾਂ ਕੰਟਰੋਲ ਸ਼ਿਫਟ ਤੇ S ਦੱਬ ਦੇਣਾ ਹੈਗਾ, ਕੰਟਰੋਲ ਸ਼ਿਫਟ ਤੇ S, ਤਾਂ ਤੁਹਾਡੇ ਕੋਲ ਕੀ ਹੈਗਾ ਉਹੀ ਸੇਵ ਐਜ਼ ਦਾ ਡਾਇਲੌਗ ਬਾਕਸ ਸਾਹਮਣੇ ਆ ਜਾਂਦਾ ਬਣ ਕੇ। ਹੁਣ ਇਹ ਕੀ ਕਹਿ ਰਿਹਾ ਹੈਗਾ ਸਾਨੂੰ, ਜਦੋਂ ਅਸੀਂ ਫਾਈਲ ਨੂੰ ਸੇਵ ਕਰਦੇ ਹਾਂ ਤਾਂ ਉੱਥੇ ਤਾਂ ਸੇਵ ਦੀ ਆਪਸ਼ਨ ਆਉਂਦੀ ਹੈਗੀ ਹੈ ਤੇ ਜਦੋਂ ਆਪਾਂ ਸੇਵ ਐਜ਼ ਕਰ ਰਹੇ ਹੈਗੇ ਹਾਂ ਤਾਂ ਫਿਰ ਕਿ ਜਿਹੜੀ ਫਾਈਲ ਸਾਡੇ ਕੋਲ ਖੁੱਲੀ ਹੋਈ ਹੈਗੀ ਹੈ ਉਸ ਦਾ ਤੁਸੀਂ ਇੱਕ ਨਵਾਂ ਨਾਮ ਦੇ ਸਕਦੇ ਹੋ। ਹੁਣ ਸਾਡੇ ਸਾਹਮਣੇ ਕੀ ਆਪਸ਼ਨ ਹੈਗੀ ਹੈ, ਦੁਬਾਰੇ ਫਿਰ ਆਪਾਂ ਇੱਥੋਂ ਕਲਿੱਕ ਕੀਤਾ ਫਾਈਲ ਤੇ ਸੇਵ ਐਜ਼ ਜਾਂ ਕੰਟਰੋਲ ਸ਼ਿਫਟ ਤੇ S। ਕੰਟਰੋਲ ਸ਼ਿਫਟ S ਕਰਨ ਦੇ ਨਾਲ ਕੀ ਹੋਊਗਾ, ਸੇਵ ਐਜ਼ ਦਾ ਡਾਇਲੌਗ ਬਾਕਸ ਸਾਡੇ ਸਾਹਮਣੇ ਆ ਜਾਊਗਾ। ਸੇਵ ਐਜ਼ ਤੇ ਇੱਥੇ ਇਹ ਲੋਕੇਸ਼ਨ ਹੈਗੀ ਹੈ ਤੇ ਉਹ ਪੁੱਛ ਰਿਹਾ ਤੁਹਾਨੂੰ ਕਿ ਜਿਹੜੀ ਫਾਈਲ ਤੁਸੀਂ ਜਸਪ੍ਰੀਤ ਦੀ ਖੋਲੀ ਹੋਈ ਹੈਗੀ ਹੈ, ਜਸਪ੍ਰੀਤ ਫਾਈਲ, ਇਸ ਨੂੰ ਤੁਸੀਂ ਕਿਹੜੇ ਨਵੇਂ ਨਾਮ ਨਾਲ ਸੇਵ ਕਰਨਾ ਚਾਹੁੰਦੇ ਹੋ, ਕਿਹੜਾ ਤੁਸੀਂ ਨਵਾਂ ਨਾਮ ਦੇਣਾ। ਸੋ ਨਵਾਂ ਨਾਮ ਅਸੀਂ ਇੱਥੇ ਕੀ ਦੇਵਾਂਗੇ, ਮੰਨ ਲਓ ਇਸ ਦਾ ਨਾਮ ਅਸੀਂ ਰੱਖਤਾ ਮਨਦੀਪ ਸਿੰਘ। ਮਨਦੀਪ ਸਿੰਘ। ਸੋ ਇਸ ਫਾਈਲ ਨੂੰ ਅਸੀਂ ਡੈਸਕਟਾਪ ਦੇ ਉੱਤੇ ਹੀ ਸੇਵ ਕਰ ਦੇਵਾਂਗੇ। ਇਹਨੂੰ ਇੱਥੋਂ ਸੇਵ ਕੀਤਾ ਤੇ ਇਸ ਨੂੰ ਆਪਾਂ ਇੱਥੋਂ ਬੰਦ ਕਰ ਦਿੰਦੇ ਹਾਂ। ਤੁਸੀਂ ਧਿਆਨ ਨਾਲ ਦੇਖੋਗੇ ਇਹ ਸਾਡੇ ਕੋਲ 2 ਫਾਈਲਾਂ ਬਣ ਕੇ ਆ ਗਈਆਂ ਨੇ। ਜਸਪ੍ਰੀਤ ਵਾਲੀ ਫਾਈਲ ਦੇ ਵਿੱਚ ਅਸੀਂ ਵਰਕ ਕੀਤਾ ਸੀਗਾ, ਜੇ ਆਪਾਂ ਜਸਪ੍ਰੀਤ ਵਾਲੀ ਫਾਈਲ ਓਪਨ ਕਰਦੇ ਹਾਂ ਤਾਂ ਇਹਦੇ ਵਿੱਚ ਇਹ ਮੈਟਰ ਲਿਖਿਆ ਹੋਇਆ ਹੈਗਾ। ਸੋ ਇੱਥੋਂ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਇਹ ਕੀ ਹੈਗਾ ਸਾਡਾ ਜਸਪ੍ਰੀਤ ਕੌਰ, ਤੇ ਆਪਾਂ ਫਾਈਲ 'ਚ ਜਾ ਕੇ ਓਪਨ ਕੀਤਾ ਤੇ ਹੁਣ ਇੱਥੋਂ ਮਨਦੀਪ ਸਿੰਘ ਵਾਲੀ ਫਾਈਲ ਜੇਕਰ ਮੈਂ ਓਪਨ ਕਰਦਾ ਤਾਂ ਮਨਦੀਪ ਸਿੰਘ ਵਾਲੀ ਫਾਈਲ 'ਚ ਡਾਟਾ ਕੀ ਨਿਕਲੂਗਾ, ਸੇਮ ਡਾਟਾ। ਤੁਸੀਂ ਇਹ ਸਾਡੀਆਂ ਦੋਵੇਂ ਫਾਈਲਾਂ ਬਣੀਆਂ ਹੋਈਆਂ ਸੀਗੀਆਂ, ਇੱਥੋਂ ਸਾਨੂੰ ਕੀ ਪਤਾ ਲੱਗਦਾ ਜਸਪ੍ਰੀਤ ਤੇ ਇੱਥੋਂ ਆ ਗਿਆ ਸਾਡੇ ਕੋਲ ਮਨਦੀਪ ਸਿੰਘ, ਦੋਵਾਂ ਦੇ ਵਿੱਚ ਡਾਟਾ ਕੀ ਹੈਗਾ ਸੇਮ। ਤਾਂ ਸੇਵ ਐਜ਼ ਦੇ ਨਾਲ ਕੀ ਹੁੰਦਾ ਹੈਗਾ ਕਿ ਤੁਸੀਂ ਕਿਸੇ ਓਪਨ ਕੀਤੀ ਹੋਈ ਫਾਈਲ ਨੂੰ ਕੀ ਕਰ ਸਕਦੇ ਹੋ, ਬੋਲੋ, ਕਾਪੀ ਕਰ ਸਕਦੇ ਹਾਂ, ਉਸਨੂੰ ਉਸਦੀ ਡੁਪਲੀਕੇਟ ਕਾਪੀ ਤਿਆਰ ਕਰ ਸਕਦੇ ਹਾਂ। ਸੋ ਅਸੀਂ ਡੁਪਲੀਕੇਟ ਕਾਪੀ ਉਸ ਫਾਈਲ ਦੀ ਤਿਆਰ ਕਰ ਚੁੱਕੇ ਹੈਗੇ ਹਾਂ। ਸੋ ਨੈਕਸਟ ਆਪਣੇ ਕੋਲ ਹੈਗਾ ਇਸੇ ਫਾਈਲ ਨੂੰ ਆਪਾਂ ਓਪਨ ਕਰ ਲੈਂਦੇ ਹਾਂ ਮੈਕਸਿਮਾਈਜ਼, ਤੇ ਇਹ ਵੀ ਸਾਡਾ ਇੱਥੋਂ ਇਸ ਨੂੰ ਆਪਾਂ ਇੱਥੇ ਹੀ ਸਟਾਪ ਕਰਦੇ ਹਾਂ। ਇਹ 9 ਮਿੰਟ ਦਾ ਹੋ ਗਿਆ ਸੀਗਾ।